ਦੋਸਤੋ ਸਾਰਾਂਸ਼ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ। ਪਿਛਲੇ ਕੁਝ ਮਹੀਨਿਆਂ ਤੋਂ ਦੁਨੀਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਨੂੰ ਲੈ ਕੇ ਇੱਕ ਵੱਡੀ ਚਰਚਾ ਛਿੜੀ ਹੋਈ ਹੈ। ਤਾਂ ਸੋਚਿਆ ਕਿ ਕਿਉਂ ਨਾ ਇਸ ਬਾਰੇ ਕੋਈ ਗੱਲ ਕੀਤੀ ਜਾਵੇ। ਇਸ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਗੱਲ ਮਨੁੱਖ ਇਤਿਹਾਸ ਦੇ ਮੁੱਢ ਤੋਂ ਸ਼ੁਰੂ ਕੀਤੀ ਜਾਵੇ। ਮਨੁੱਖੀ ਇਤਿਹਾਸ ਨੂੰ ਵੇਖਣ ਦੇ ਕਈ ਤਰੀਕੇ ਨੇ। ਇਸ ਨੂੰ ਵਰ੍ਹਿਆਂ 'ਚ ਵੰਡ ਕੇ ਵੀ ਵੇਖਿਆ ਜਾ ਸਕਦਾ ਹੈ ਤੇ ਕੁਝ ਐਸੇ ਅਹਿਮ ਪੜਾਅਵਾਰ ਕ੍ਰਾਂਤੀਆਂ ਦੇ ਰੂਪ ਵਿੱਚ ਵੀ ਜੋ ਮਨੁੱਖਤਾ ਦੇ ਇਤਿਹਾਸ 'ਚ ਇੱਕ ਮੀਲ ਪੱਥਰ ਸਾਬਤ ਹੋਈਆਂ। ਕੋਗਨੀਟਿਵ ਰੈਵੋਲੂਸ਼ਨ ਜਾਂ ਬੌਧਿਕ ਕ੍ਰਾਂਤੀ ਮਨੁੱਖੀ ਇਤਿਹਾਸ ਦਾ ਪਹਿਲਾ ਪੜਾਅ ਹੈ। ਇਹ ਮਨੁੱਖ ਦੇ ਸੋਚਵਾਨ ਅਤੇ ਸੰਵਾਦ ਦੇ ਸਮਰੱਥ ਹੋਣ ਦਾ ਪੜਾਅ ਵੀ ਹੈ ਤੇ ਇਸੇ ਦੌਰ 'ਚ ਮਨੁੱਖ ਅਫਰੀਕਾ 'ਚੋਂ ਨਿਕਲ ਕੇ ਪਹਿਲਾਂ ਯੂਰਪ ਆਬਾਦ ਕਰਦਾ ਹੈ, ਫਿਰ ਏਸ਼ੀਆ, ਆਸਟ੍ਰੇਲੀਆ ਤੇ ਫਿਰ ਬਾਕੀ ਦੀ ਦੁਨੀਆ। ਇਸੇ ਦੌਰ 'ਚ ਹੀ ਕਿਸ਼ਤੀਆਂ, ਮਸ਼ਾਲਾਂ, ਤੀਰ ਕਮਾਨ ਇਜਾਦ ਹੁੰਦੇ ਹਨ। ਇਸ ਦੇ ਕਾਰਨ ਲੱਭਦਿਆਂ ਕੁਝ ਥਿਊਰੀਆਂ ਇਹ ਦੱਸਦੀਆਂ ਹਨ ਕਿ ਕਿਸੇ ਜੈਨੇਟਿਕ ਮਿਊਟੇਸ਼ਨ ਨੇ ਬੰਦੇ ਦੇ ਦਿਮਾਗ ਦੀ ਬੁਣਤੀ ਨੂੰ ਬਦਲ ਕੇ ਰੱਖ ਦਿੱਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਨੁੱਖ ਨੇ ਬਿਲਕੁਲ ਨਿਵੇਕਲੀ ਤਰ੍ਹਾਂ ਨਾਲ ਸੋਚਣਾ ਅਤੇ ਸੰਵਾਦ ਕਰਨਾ ਸ਼ੁਰੂ ਕਰ ਦਿੱਤਾ। ਸੋਚ ਅਤੇ ਸੰਵਾਦ ਦੀ ਸਮਰੱਥਾ ਮਨੁੱਖੀ ਸਭਿਅਤਾ ਦਾ ਪਹਿਲਾ ਪੜਾਅ ਹੈ। ਇਤਿਹਾਸਕਾਰ ਇਸ ਨੂੰ ਕੋਗਨੀਟਿਵ ਰੈਵੋਲੂਸ਼ਨ ਆਖਦੇ ਹਨ। ਹਾਲਾਂਕਿ ਹਰ ਪ੍ਰਜਾਤੀ ਦਾ ਆਪਣਾ ਕਮਿਊਨੀਕੇਸ਼ਨ ਸਿਸਟਮ ਹੈ, ਪਰ ਮਨੁੱਖੀ ਕਮਿਊਨੀਕੇਸ਼ਨ ਸਿਸਟਮ ਇਸ ਲਈ ਵੀ ਨਿਵੇਕਲਾ ਹੈ ਕਿ ਇਹ ਬੇਹੱਦ ਥੋੜੇ ਲਫ਼ਜ਼ਾਂ ਤੇ ਚਿੰਨ੍ਹਾਂ ਨਾਲ ਅਣਗਿਣਤ ਵਾਕ ਬਣਾ ਸਕਦਾ ਹੈ ਤੇ ਉਸ ਇਨਫੋਰਮੇਸ਼ਨ ਨੂੰ ਸਟੋਰ ਕਰ ਸਕਦਾ ਹੈ। ਮਿਥਾਂ, ਲੈਜੈਂਡਸ, ਰੱਬ ਤੇ ਧਰਮ ਬੰਦੇ ਦੇ ਇਸੇ ਸੰਵਾਦ ਦੀ ਸਮਰੱਥਾ 'ਚੋਂ ਪੈਦਾ ਹੋਏ ਹਨ। ਤਾਰੀਖਦਾਨਾਂ ਦੀ ਨਜ਼ਰ 'ਚ ਇਹ ਇੱਕ ਚਿਤਵਿਆ ਹੋਇਆ ਸੱਚ, ਮਤਲਬ ਇੱਕ ਇਮੈਜਿਨਡ ਰਿਐਲਿਟੀ ਵੀ ਹੈ। ਕੋਈ 10,000 ਸਾਲ ਪਹਿਲਾਂ ਇਸ ਧਰਤੀ ਤੇ ਖੇਤੀਬਾੜੀ ਦਾ ਆਗਮਨ ਹੁੰਦਾ ਹੈ, ਜਿਸ ਦੇ ਆਲੇ ਦੁਆਲੇ ਮਨੁੱਖੀ ਬਸਤੀਆਂ ਉਸਰਦੀਆਂ ਹਨ, ਨਵਾਂ ਸਮਾਜਿਕ ਢਾਂਚਾ ਪਨਪਦਾ ਹੈ, ਰਾਜ, ਮੁਲਕ, ਬਸਤੀਵਾਦ ਦਾ ਜਨਮ ਹੁੰਦਾ ਹੈ। ਇਸ ਨੂੰ ਮਨੁੱਖੀ ਇਤਿਹਾਸ ਦੀ ਦੂਜੀ ਕ੍ਰਾਂਤੀ ਮੰਨਿਆ ਜਾ ਸਕਦਾ ਹੈ। ਉਸ ਤੋਂ ਬਾਅਦ ਅਗਲੀ ਕ੍ਰਾਂਤੀ, ਵਿਗਿਆਨਕ ਕ੍ਰਾਂਤੀ ਦੀ ਉਮਰ ਕੋਈ 500 ਸਾਲ ਦੀ ਹੈ। ਇਸੇ ਕ੍ਰਾਂਤੀ ਦੇ ਇੱਕ ਪੜਾਅ 'ਚ 19ਵੀਂ ਸਦੀ 'ਚ ਕੰਪਿਊਟਰ ਆਪਣੇ ਮੁੱਢਲੇ ਤੇ ਬੇਹੱਦ ਸਾਦੇ ਰੂਪ 'ਚ ਵਰਤਿਆ ਜਾਂਦਾ ਹੈ। ਵਕਤ ਦੇ ਦੌਰ ਨਾਲ ਇਹ ਮਸ਼ੀਨਾਂ ਹੋਰ ਤੇਜ਼ ਤਰਾਰ ਹੁੰਦੀਆਂ ਹਨ ਤੇ ਮਨੁੱਖੀ ਜ਼ਿੰਦਗੀ ਦੇ ਕਿੰਨੇ ਹੀ ਵੱਡੇ ਹਿੱਸੇ ਤੇ ਆਪਣਾ ਕਬਜ਼ਾ ਅਤੇ ਦਾਅਵੇਦਾਰੀ ਜਤਾਉਣ ਲੱਗਦੀਆਂ ਹਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਸੇ ਦਾਅਵੇਦਾਰੀ ਦਾ ਹੀ ਅਗਲਾ ਪੜਾਅ ਹੈ। ਇੱਥੇ ਇਸ ਸਵਾਲ ਤੇ ਨਜ਼ਰ ਜ਼ਰੂਰੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਸਲ ਵਿੱਚ ਹੈ ਕੀ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਿਖਣ ਵਾਲੇ ਲੇਖਕਾਂ ਸਟੂਅਰਟ ਰਸਲ ਅਤੇ ਪੀਟਰ ਨੋਰਵਿਚ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਰਸਾਈ ਦੇ ਤਰੀਕਿਆਂ ਨੂੰ ਦੋ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ। ਇੱਕ ਤਾਂ ਜਿੱਥੇ ਮਸ਼ੀਨਾਂ ਜੋ ਬੰਦੇ ਵਾਂਗ ਸੋਚਦੀਆਂ ਤੇ ਕੰਮ ਕਰਦੀਆਂ ਹਨ, ਉਹਨਾਂ ਨੇ ਇਸ ਨੂੰ ਹਿਊਮਨ ਅਪਰੋਚ ਕਿਹਾ ਹੈ, ਤੇ ਦੂਸਰਾ ਜਿੱਥੇ ਮਸ਼ੀਨਾਂ ਜੋ ਵਿਵੇਕਪੂਰਨ ਤਰੀਕੇ ਨਾਲ ਵਿਚਰਦੀਆਂ ਤੇ ਕੰਮ ਕਰਦੀਆਂ ਹਨ, ਇਸ ਨੂੰ ਆਈਡੀਅਲ ਅਪਰੋਚ ਦੇ ਤੌਰ ਤੇ ਦੇਖਿਆ ਜਾਂਦਾ ਹੈ। ਵਿਹਾਰਿਕ ਪੱਖ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੋਟੇ ਤੌਰ ਤੇ ਦੋ ਤਰ੍ਹਾਂ ਨਾਲ ਵੇਖਿਆ ਜਾ ਸਕਦਾ ਹੈ। ਵੀਕ ਜਾਂ ਕਮਜ਼ੋਰ ਆਰਟੀਫੀਸ਼ੀਅਲ ਇੰਟੈਲੀਜੈਂਸ, ਜਿਸ ਨੂੰ ਨੈਰੋ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਆਖਿਆ ਜਾਂਦਾ ਹੈ, ਜਿਸ ਦਾ ਮਕਸਦ ਕੁਝ ਮਿੱਥ ਕੇ ਦੱਸੇ ਹੋਏ ਕੰਮ ਕਰਨਾ ਹੈ। ਮਸਲਨ ਜੇ ਅਸੀਂ ਕਹਿੰਦੇ ਹਾਂ, ਹੇ ਗੂਗਲ ਫਾਈਂਡ ਮੀ ਵਾਟਸ ਦੀ ਵੈਦਰ ਟੂਡੇ, ਜਾਂ ਅਸੀਂ ਐਪਲ ਦੀ ਸੀਰੀ ਅਤੇ ਐਮਾਜ਼ਨ ਦੀ ਅਲੈਕਸਾ ਨੂੰ ਕੋਈ ਸਵਾਲ ਪੁੱਛਦੇ ਹਾਂ, ਤਾਂ ਇਹ ਵੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ। ਇਸ ਦੇ ਮੁਕਾਬਲੇ ਸਟਰੋਂਗ ਆਰਟੀਫੀਸ਼ੀਅਲ ਇੰਟੈਲੀਜੈਂਸ ਉਹ ਹੈ ਜਿੱਥੇ ਕੰਪਿਊਟਰ ਦੀ ਸੂਝ ਮਨੁੱਖੀ ਸੂਝ ਦੇ ਬਰਾਬਰ ਦੀ ਹੋਵੇਗੀ, ਜਿੱਥੇ ਕੰਪਿਊਟਰ ਜਾਂ ਮਸ਼ੀਨ ਇੱਕ ਸੈਲਫ ਅਵੇਅਰ ਜਾਂ ਜਾਗਰਿਤ ਹੋਵੇਗੀ, ਹੋਰ ਸਿੱਖਣ ਦਾ ਮਾਦਾ ਰੱਖਦੀ ਹੋਵੇਗੀ ਤੇ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਭਵਿੱਖ ਦੀ ਯੋਜਨਾਬੰਦੀ ਕਰ ਸਕੇਗੀ। ਦੂਜੀ ਕਿਸਮ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਮਨੁੱਖੀ ਸੂਝ ਤੋਂ ਵੀ ਅੱਗੇ ਲੰਘ ਕੇ ਆਜ਼ਾਦਾਨਾ ਤੌਰ ਤੇ ਕੰਮ ਕਰਨ ਦੀ ਸੰਭਾਵਨਾ ਹੈ ਤੇ ਇਸੇ ਚੋਂ ਹੀ ਉਹ ਖਤਰੇ ਉਪਜਦੇ ਹਨ, ਜਿਸ ਤੋਂ ਬਹੁਤ ਸਾਰੇ ਵਿਗਿਆਨੀ ਸਾਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਫ਼ਰ ਨੂੰ ਦੇਖੀਏ ਤਾਂ 2012 ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਚਾਲ ਅਤੇ ਸਫਲਤਾ ਮੱਧਮ ਹੀ ਰਹੀ, ਪਰ ਫਿਰ ਨਿਊਰਲ ਨੈਟਵਰਕ ਦਾ ਆਈਡੀਆ ਆਉਂਦਾ ਹੈ, ਜੋ ਕਿ ਆਪਣੇ ਆਪ ਵਿੱਚ ਨਿਵੇਕਲਾ ਹੈ ਤੇ ਸਾਰੇ ਦੇ ਸਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਨੂੰ ਤਬਦੀਲ ਕਰ ਦਿੰਦਾ ਹੈ। ਅਗਲੀ ਵੱਡੀ ਤਬਦੀਲੀ ਲਾਰਜ ਲੈਂਗੁਏਜ ਮਾਡਲ ਦੇ ਆਉਣ ਨਾਲ ਹੁੰਦੀ ਹੈ। ਗੂਗਲ, ਮਾਈਕਰੋਸਾਫਟ ਤੇ ਓਪਨ AI ਵਰਗੇ ਇੱਕ ਨਵੇਂ ਨਿਊਰਲ ਨੈਟਵਰਕ ਤੇ ਕੰਮ ਕਰਦੀਆਂ ਹਨ, ਜੋ ਟੈਕਸਟ, ਵਿਕੀਪੀਡੀਆ, ਆਰਟੀਕਲ ਅਤੇ ਅਕਾਦਮਿਕ ਪੇਪਰਾਂ ਤੇ ਆਧਾਰਿਤ ਹੈ। ਇਹ ਮਾਹਿਰਾਂ ਲਈ ਵੀ ਹੈਰਾਨੀਜਨਕ ਹੈ ਕਿ ਇਸ ਚੋਂ ਨਿਕਲੇ ਚੈਟ GPT ਵਰਗੇ ਉਤਪਾਦ ਇੱਕ ਮੌਲਿਕ ਵਾਰਤਕ ਕੰਪਿਊਟਰ ਕੋਡ ਲਿਖਣ ਤੋਂ ਇਲਾਵਾ ਸੰਵੇਦਨਸ਼ੀਲ ਮੁੱਦਿਆਂ ਤੇ ਗੱਲਬਾਤ ਕਰ ਸਕਦੇ ਹਨ। ਹਾਲੇ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਣੇ ਪਹਿਲੇ ਦੌਰ 'ਚ ਹੈ ਤੇ ਹੁਣ ਦੂਜੇ ਦੌਰ ਵਿੱਚ ਦਾਖਲ ਹੋ ਰਹੀ ਹੈ। ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੁਝ ਉਦਾਹਰਨਾਂ ਦੇਖਣੀਆਂ ਹੋਣ ਤਾਂ ਮਸਲਨ ਤੁਸੀਂ ਇੰਟਰਨੈਟ ਦੇ ਕੁਝ ਸਰਚ ਕਰਦੇ ਹੋ ਤਾਂ ਤੁਹਾਨੂੰ ਈਮੇਲ ਇਨਬਾਕਸ ਵਿੱਚ ਰეკਮੈਂਡੇਸ਼ਨ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਤੁਸੀਂ ਨੈਟਫਲਿਕਸ ਦੇਖਦੇ ਹੋ ਤਾਂ ਤੁਹਾਡੇ ਦੇਖੇ ਪ੍ਰੋਗਰਾਮ ਦੇਖ ਕੇ ਨੈਟਫਲਿਕਸ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਇਹ ਚੀਜ਼ਾਂ ਵੀ ਵੇਖਣੀਆਂ ਪਸੰਦ ਕਰੋਗੇ। ਤੁਹਾਡੀ ਸਰਚ ਦੇ ਆਧਾਰ ਤੇ YouTube ਇਹ ਤੈਅ ਕਰਦੀ ਹੈ ਕਿ ਤੁਹਾਡੇ ਵੇਖੇ ਜਾਂਦੇ ਪ੍ਰੋਗਰਾਮਾਂ ਵਿੱਚ ਕਿਸ ਤਰ੍ਹਾਂ ਦੀਆਂ ਮਸ਼ਹੂਰੀਆਂ ਚੱਲਣੀਆਂ ਹਨ। ਤੇ ਅਗਲਾ ਪੜਾਅ ਜਿੱਥੇ ਚੈਟ GPT ਵਰਗੇ ਮਾਡਲ ਹਨ, ਜਿੱਥੇ ਤੁਸੀਂ ਇੱਕ ਵਿਸ਼ਾ ਮਸਲਨ ਦੀਵਾਲੀ ਤੇ ਕਵਿਤਾ ਲਿਖਣ ਨੂੰ ਕਹਿ ਸਕਦੇ ਹੋ ਤੇ ਇਹ ਉਹ ਸੁਰਬੱਧ ਕਵਿਤਾ ਲਿਖ ਦੇਵੇਗੀ। ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਜੋ ਰੌਲਾ ਪਿਆ ਹੋਇਆ ਹੈ ਉਹ ਕੀ ਹੈ? ਪਿਛਲੇ 4-5 ਮਹੀਨਿਆਂ ਵਿੱਚ ਕੋਈ 3-4 ਘਟਨਾਵਾਂ ਹਨ ਜਿਨ੍ਹਾਂ ਨੂੰ ਲੜੀਬੱਧ ਕਰਕੇ ਦੇਖਣ ਦੀ ਲੋੜ ਹੈ। ਮਾਰਚ ਵਿੱਚ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅਪ ਨੇ ਚੈਟ GPT ਦਾ ਨਵਾਂ ਵਰਸ਼ਨ ਲਾਂਚ ਕੀਤਾ ਤਾਂ ਦੁਨੀਆ ਦੇ 1000 ਟੈਕਨੋਲੋਜੀ ਲੀਡਰ, ਜਿਨ੍ਹਾਂ 'ਚ ਐਲਨ ਮਸਕ ਵਰਗੇ ਨਾਮ ਵੀ ਸ਼ਾਮਲ ਹਨ, ਨੇ ਕਿਸੇ ਵੀ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਵਿਕਾਸ ਤੇ 6 ਮਹੀਨੇ ਦੀ ਰੋਕ ਲਾਉਣ ਦੀ ਮੰਗ ਰੱਖੀ, ਕਿਉਂਕਿ ਉਹਨਾਂ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਮਨੁੱਖਤਾ ਨੂੰ ਇੱਕ ਬਹੁਤ ਵੱਡੇ ਖਤਰੇ ਦੇ ਰੂਬਰੂ ਕਰਵਾਉਂਦੀ ਹੈ। ਇਸ ਤੋਂ ਕੁਝ ਦਿਨ ਬਾਅਦ ਐਸੋਸੀਏਸ਼ਨ ਫॉर द ਐਡਵਾਂਸਮੈਂਟ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ, ਜੋ ਕਿ 40 ਸਾਲ ਪੁਰਾਣੀ ਸੰਸਥਾ ਹੈ, ਨੇ ਇਸੇ ਕਿਸਮ ਦੀ ਇੱਕ ਹੋਰ ਚਿੱਠੀ ਜਾਰੀ ਕੀਤੀ ਜਿਸ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਹੋਣ ਵਾਲੇ ਖਤਰਿਆਂ ਤੋਂ ਅਗਾਹ ਕਰਵਾਇਆ ਗਿਆ। ਇਹ ਚਿੱਠੀ ਜਾਰੀ ਕਰਨ ਵਾਲਿਆਂ ਵਿੱਚ ਐਰਿਕ ਹੌਵਿਜ਼, ਜੋ ਕਿ ਮਾਈਕਰੋਸਾਫਟ ਦਾ ਚੀਫ ਸਾਇੰਟੀਫਿਕ ਆਫਿਸਰ ਹੈ, ਉਹ ਵੀ ਸ਼ਾਮਲ ਸੀ। ਮਈ ਮਹੀਨੇ 'ਚ ਡਾਕਟਰ ਜੈਫਰੀ ਹਿੰਟਨ, ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪਿਤਾਮਾ ਵੀ ਮੰਨਿਆ ਜਾਂਦਾ ਹੈ, ਨੇ ਆਪਣੀ ਗੂਗਲ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤਾਂ ਜੋ ਇਸ ਤੋਂ ਹੋਣ ਵਾਲੇ ਖਤਰਿਆਂ ਬਾਰੇ ਖੁੱਲ੍ਹ ਕੇ ਬੋਲ ਸਕੇ। ਉਸਨੇ ਇਹ ਵੀ ਕਿਹਾ ਕਿ ਉਸ ਦਾ ਇੱਕ ਹਿੱਸਾ ਉਸ ਵੱਲੋਂ ਕੀਤੇ ਹੋਏ ਕੰਮ ਤੇ ਉਦਾਸ ਹੈ ਤੇ ਇਹ ਵੀ ਕਿ ਉਹ ਆਪਣੇ ਆਪ ਨੂੰ ਇਹ ਬਹਾਨਾ ਲਾ ਕੇ ਪਰਚਾ ਲੈਂਦਾ ਹੈ ਕਿ ਜੇ ਉਹ ਇਹ ਕੰਮ ਨਾ ਕਰਦਾ ਤਾਂ ਕੋਈ ਹੋਰ ਕਰ ਲੈਂਦਾ। ਇਸੇ ਦੌਰਾਨ ਚੈਟ GPT ਵਾਲਾ ਵਰਤਾਰਾ ਵੀ ਸਾਹਮਣੇ ਆਉਂਦਾ ਹੈ, ਜਿੱਥੇ ਸਕੂਲੀ ਬੱਚੇ ਆਪਣੇ ਹੋਮਵਰਕ ਨੂੰ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ। ਇਹ ਵਰਤਾਰਾ ਨਾ ਸਿਰਫ ਮੌਜੂਦਾ ਸਕੂਲੀ ਅਤੇ ਕਾਲਜੀ ਸਿੱਖਿਆ ਇਵੈਲੂਏਸ਼ਨ ਸਿਸਟਮ 'ਚ ਇੱਕ ਅਸਾਵਾਂਪਣ ਪੈਦਾ ਕਰਦਾ ਹੈ, ਸਗੋਂ ਇਸ 'ਚ ਸਾਰੇ ਦੇ ਸਾਰੇ ਮੌਜੂਦਾ ਸਿੱਖਿਆ ਢਾਂਚੇ ਨੂੰ ਤਬਾਹ ਕਰਨ ਦੀ ਸਮਰੱਥਾ ਵੀ ਮੌਜੂਦ ਹੈ। ਵਕਾਲਤ ਦੇ ਪੇਸ਼ੇ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ GPT-4 ਪਹਿਲਾਂ ਹੀ ਵਕਾਲਤ ਦੀ ਪ੍ਰੀਖਿਆ ਨੂੰ ਸਰ ਕਰਨ ਦੀ ਮੁਹਾਰਤ ਰੱਖਦਾ ਹੈ ਅਤੇ ਪ੍ਰਾਈਸ ਵਾਟਰ ਹਾਊਸ ਕੂਪਰ ਵਰਗੀਆਂ ਫਰਮਾਂ ਪਹਿਲਾਂ ਹੀ ਓਪਨ AI ਪਾਵਰਡ ਲੀਗਲ ਚੈਟਬੋਟ ਨੂੰ ਆਪਣੇ ਸਟਾਫ ਲਈ ਵਰਤੋਂ ਦੀ ਯੋਜਨਾ ਤੇ ਕੰਮ ਕਰ ਰਹੀਆਂ ਹਨ। ਇਸ ਤੋਂ ਬਾਅਦ ਯੂਵਾਲ ਨੋਆ ਹਰਾਰੀ ਇੱਕ ਲੰਮਾ ਕਾਲਮ ਲਿਖਦਾ ਹੈ ਜੋ ਦਾ ਇਕੋਨੋਮਿਸਟ ਸ਼ਬਦ ਹੈ, ਔਰ ਇੱਥੇ ਇਹ ਦੱਸਣਾ ਗੈਰ ਵਾਜਬ ਨਹੀਂ ਹੋਵੇਗਾ ਕਿ ਯੂਵਾਲ ਨੋਆ ਹਰਾਰੀ ਸਾਡੇ ਸਮਿਆਂ ਦਾ ਇੱਕ ਪ੍ਰਮੁੱਖ ਤਾਰੀਖਦਾਨ ਅਤੇ ਇੰਟੈਲੈਕਚੁਅਲ ਹੈ। ਅ ਬਰੀਫ ਹਿਸਟਰੀ ਆਫ ਹਿਊਮਨਕਾਈਂਡ, ਅ ਬਰੀਫ ਹਿਸਟਰੀ ਆਫ ਟੁਮਾਰੋ ਅਤੇ 21 ਲੈਸਨਸ ਫॉर द 21st ਸੈਂਚੁਰੀ ਕਿਤਾਬਾਂ ਦਾ ਲੇਖਕ। ਉਹ ਜਦੋਂ ਕੋਈ ਗੱਲ ਕਹਿੰਦਾ ਹੈ ਤਾਂ ਸਮੁੱਚੀ ਦੁਨੀਆ ਉਸ ਦਾ ਨੋਟਿਸ ਲੈਂਦੀ ਹੈ। ਉਸ ਦੇ ਇਕੋਨੋਮਿਸਟ ਛਪੇ ਕਾਲਮ ਦਾ ਸਿਰਲੇਖ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਮਨੁੱਖੀ ਸੱਭਿਅਤਾ ਦੇ ਆਪਰੇਟਿੰਗ ਸਿਸਟਮ ਨੂੰ ਹੈਕ ਕਰ ਲਿਆ ਹੈ। ਉਹ ਜੋ ਆਰਗੂਮੈਂਟ ਉਸਾਰਦਾ ਹੈ, ਉਸ ਦਾ ਕੇਂਦਰੀ ਤਰਕ ਇਹ ਹੈ ਕਿ ਇਹ ਦੁਨੀਆ ਦੀ ਸਾਰੀ ਸੱਭਿਅਤਾ ਮਨੁੱਖੀ ਭਾਸ਼ਾ ਤੇ ਉਸ ਵੱਲੋਂ ਸਿਰਜਿਤ ਕਹਾਣੀਆਂ ਦੇ ਆਲੇ ਦੁਆਲੇ ਵਸੀ ਹੋਈ ਹੈ। ਮਸਲਨ ਰੱਬ ਦੀ ਹੋਂਦ ਇੱਕ ਫਿਜ਼ੀਕਲ ਰਿਐਲਿਟੀ ਨਹੀਂ ਹੈ, ਪਰ ਬੰਦੇ ਨੇ ਮਿੱਥਾਂ ਘੜ ਕੇ ਤੇ ਉਹਦੇ ਆਲੇ ਦੁਆਲੇ ਲਿਖਤਾਂ ਲਿਖ ਕੇ ਇਸ ਨੂੰ ਬਣਾਇਆ ਹੋਇਆ ਹੈ। ਕਾਨੂੰਨ ਜਾਂ ਮਨੁੱਖੀ ਅਧਿਕਾਰਾਂ ਬਾਰੇ ਬਿਆਨੀਆਂ ਕਿਸੇ ਦੇ DNA 'ਚ ਖੁਣਿਆ ਹੋਇਆ ਨਹੀਂ ਹੈ, ਬਲਕਿ ਅਸੀਂ ਕੁਝ ਮੰਨਣਯੋਗ ਤਰਕਪੂਰਨ ਕਹਾਣੀਆਂ ਉਸਾਰ ਕੇ ਉਸ ਉੱਪਰ ਕਾਨੂੰਨ ਲਿਖ ਕੇ ਇਹ ਸਭ ਕਾਸੇ ਨੂੰ ਖੜਾ ਕੀਤਾ ਹੋਇਆ ਹੈ। ਇਸੇ ਆਰਗੂਮੈਂਟ 'ਚੋਂ ਪੈਸੇ ਦੀ ਉਦਾਹਰਨ ਦਿੰਦਾ ਹੈ ਕਿ ਪ੍ਰਚਲਿਤ ਕਰੰਸੀ ਦੀ ਕੀਮਤ ਉਦੋਂ ਤੱਕ ਹੈ ਜਦੋਂ ਤੱਕ ਉਸ ਦੇ ਆਲੇ ਦੁਆਲੇ ਬੁਣੀ ਹੋਈ ਕਹਾਣੀ ਦਮਦਾਰ ਹੈ, ਔਰ ਉਹ ਇਸ ਖਤਰੇ ਤੋਂ ਵੀ ਅਗਾਹ ਕਰਦਾ ਹੈ ਕਿ ਕੱਲ ਨੂੰ ਜਦੋਂ ਮਸ਼ੀਨਾਂ ਬੰਦੇ ਤੋਂ ਬਿਹਤਰ ਕਹਾਣੀਆਂ ਬੁਣਨ ਲੱਗ ਪਈਆਂ ਤਾਂ ਮੌਜੂਦਾ ਮਨੁੱਖੀ ਸੱਭਿਅਤਾ ਦਾ ਕੀ ਬਣੇਗਾ। ਇਸ 'ਚੋਂ QAnon ਵੱਲੋਂ ਫੈਲਾਈਆਂ ਗਈਆਂ ਸਾਜ਼ਿਸ਼ ਥਿਊਰੀਆਂ ਦਾ ਵੀ ਜ਼ਿਕਰ ਕਰਦਾ ਹੈ। ਯੂਵਾਲ ਨੋਆ ਹਰਾਰੀ ਦਾ ਦੂਸਰਾ ਮਹੱਤਵਪੂਰਨ ਨੁਕਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਨੁੱਖ ਨਾਲ ਨੇੜਤਾ ਪੈਦਾ ਕਰਕੇ ਉਸ ਦੇ ਮਨੁੱਖ ਨੂੰ ਕੰਟਰੋਲ ਕਰਨ ਦੀ ਯੋਗਤਾ ਤੇ ਹੈ। ਜਿਸ ਤਰ੍ਹਾਂ ਪਿਛਲਾ ਦਹਾਕਾ ਇੱਕ ਅਟੈਂਸ਼ਨ ਸਪੈਨ ਦੀ ਵਰਤੋਂ ਕਰਕੇ ਸੱਤਾ ਹਥਿਆਉਂਦਾ ਸੀ, ਉਹ ਇਹ ਖਦਸ਼ਾ ਪ੍ਰਗਟਾਉਂਦਾ ਹੈ ਕਿ ਮਨੁੱਖ ਉਸ ਰਾਹ ਵੱਲ ਨੂੰ ਵਧ ਰਿਹਾ ਹੈ ਜਿੱਥੇ ਮਸ਼ੀਨਾਂ ਮਨੁੱਖ ਨਾਲ ਨੇੜਤਾ ਪੈਦਾ ਕਰਕੇ ਉਸ ਦੀ ਰਾਏ ਬਣਾਉਣ ਦੀ ਸਮਰੱਥਾ ਤੇ ਉਸ ਦੇ ਦੁਨੀਆ ਬਾਰੇ ਵਿਚਾਰਾਂ ਨੂੰ ਪ੍ਰਭਾਵਿਤ ਕਰਕੇ ਮਨਮਰਜ਼ੀ ਦੇ ਕੰਮ ਕਰਵਾ ਸਕਦੀ ਹੈ। ਉਸ ਦੇ ਕਹਿਣ ਦਾ ਤੱਤਸਾਰ ਇਹ ਹੈ ਕਿ ਹੁਣ ਤੱਕ ਮਨੁੱਖਤਾ ਦੇ ਇਤਿਹਾਸ ਨੂੰ ਮਨੁੱਖਤਾ ਨੇ ਹੀ ਪ੍ਰਭਾਵਿਤ ਕੀਤਾ ਹੈ, ਪਰ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਉਹ ਤਾਕਤ ਹੈ ਜੋ ਮਨੁੱਖੀ ਇਤਿਹਾਸ 'ਚ ਮਨੁੱਖ ਦੇ ਦਖਲ ਨੂੰ ਖਤਮ ਕਰ ਦੇਵੇਗੀ। ਇਹ ਸਭ ਕਾਸੇ ਦਾ ਸਾਰੰਸ਼ ਕੀ ਹੈ? ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਡੀ ਜ਼ਿੰਦਗੀ ਨੂੰ ਕਈ ਪੱਧਰਾਂ ਤੇ ਬੇਹੱਦ ਸੁਖਾਲਾ ਵੀ ਕੀਤਾ ਹੈ, ਪਰ ਇਸ ਦੇ ਲੰਮੇ ਸਮੇਂ ਦੇ ਮਾਰੂ ਨਤੀਜਿਆਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਸ ਦੇ ਸਾਡੇ ਪਰਿਵਾਰਕ, ਸੱਭਿਆਚਾਰਕ, ਸਮਾਜੀ ਅਤੇ ਸਿਆਸੀ ਨਤੀਜਿਆਂ ਬਾਰੇ ਅਸੀਂ ਪਹਿਲਾਂ ਹੀ ਮੱਧਮ ਸੁਰ 'ਚ 2-4 ਹੋ ਰਹੇ ਹਾਂ, ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਗਲੇ ਸਰੂਪਾਂ ਨੇ
ਇਹਨਾਂ ਦਿੱਕਤਾਂ ਨੂੰ ਉਸ ਹੱਦ ਤੱਕ ਵਧਾਉਣਾ ਹੈ ਜੋ ਸਾਡੇ ਕਿਆਸੋਂ ਬਾਹਰੀਆਂ ਹਨ। ਫਿਲਹਾਲ ਜੋ ਆਵਾਜ਼ਾਂ ਅਸੀਂ ਇਸ ਟੈਕਨੋਲੋਜੀ ਦੇ ਖਤਰੇ ਬਾਰੇ ਸੁਣ ਰਹੇ ਹਾਂ, ਉਹਨਾਂ ਨੂੰ ਸਿਰਫ ਤੇ ਸਿਰਫ ਉਤੇਜਨਾ ਕਹਿ ਕੇ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ, ਤੇ ਨਾ ਹੀ ਇਹ ਕਹਿ ਕੇ ਹੋ ਪਰੇ ਕੀਤਾ ਜਾ ਸਕਦਾ ਹੈ ਕਿ ਸਥਾਪਤੀ ਹਰ ਤਬਦੀਲੀ ਉੱਤੇ ਇੰਝ ਹੀ ਆਪਣਾ ਰਿਐਕਸ਼ਨ ਦਿੰਦੀ ਹੈ। ਦੁਨੀਆ ਵਿੱਚ ਨਿਊਕਲੀਅਰ ਹਥਿਆਰ ਅਤੇ ਹਿਊਮਨ ਕਲੋਨਿੰਗ ਐਸੇ ਮੁੱਦੇ ਹਨ ਜਿੱਥੇ ਦੁਨੀਆ ਨੇ ਇਹਨਾਂ ਮੁੱਦਿਆਂ ਬਾਰੇ ਇੱਕ ਰਾਏ ਬਣਾ ਕੇ ਮਨੁੱਖੀ ਸੱਭਿਅਤਾ ਨੂੰ ਤਬਾਹੀ ਦੇ ਰਾਹ ਤੇ ਜਾਣ ਤੋਂ ਠੱਲਿਆ ਹੈ। ਮਸਲਨ ਦੁਨੀਆ ਨੂੰ 1945 ਵਿੱਚ ਵੀ ਇਹ ਸਮਝ ਸੀ ਕਿ ਨਿਊਕਲੀਅਰ એનર્ਜੀ ਨੂੰ ਦੁਨੀਆ ਦੀ ਤਰੱਕੀ ਅਤੇ ਤਬਾਹੀ ਦੋਹਾਂ ਲਈ ਵਰਤਿਆ ਜਾ ਸਕਦਾ ਹੈ, ਤੇ ਉਸਨੇ ਸਾਰੀ ਦੁਨੀਆ ਦੇ ਅੰਤਰਰਾਸ਼ਟਰੀ ਨਿਜ਼ਾਮ 'ਚ ਇੱਕ ਤਬਦੀਲੀ ਲਿਆ ਕੇ ਇਸ ਨੂੰ ਮਨੁੱਖਤਾ ਦੇ ਭਲੇ ਲਈ ਵਰਤਿਆ ਹੈ। ਇੰਜ ਲੱਗਦਾ ਹੈ ਕਿ ਦੁਨੀਆ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਤਰਿਆਂ ਬਾਰੇ ਇੱਕ ਮੋਰਲ ਆਰਗੂਮੈਂਟ ਤਿਆਰ ਹੈ, ਪਰ ਇਸ ਨੂੰ ਲਾਗੂ ਕਿਵੇਂ ਕਰਨਾ ਹੈ, ਇਹ ਹਾਲੇ ਭਵਿੱਖ ਦੇ ਗਰਭ ਵਿੱਚ ਹੈ। ਦੋਸਤੋ, ਸਾਰਾਂਸ਼ ਦਾ ਇਹ ਐਪੀਸੋਡ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੇ ਤੁਹਾਡੇ ਇਸ ਮੁੱਦੇ ਬਾਰੇ ਕੋਈ ਸਵਾਲ ਹੋਣ ਤਾਂ ਤੁਸੀਂ ਉਹਨਾਂ ਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਜੇ ਤੁਹਾਡੀ ਇਸ ਬਾਰੇ ਕੋਈ ਰਾਏ ਹੋਵੇ ਜਾਂ ਤੁਸੀਂ ਇਸ ਮਸਲੇ ਉੱਤੇ ਕੁਝ ਹੋਰ ਜਾਣਨ ਦੀ ਇੱਛਾ ਰੱਖਦੇ ਹੋ ਤਾਂ ਵੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣੀ। ਇੱਕ ਵਾਰ ਫਿਰ ਬੇਨਤੀ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ। ਧੰਨਵਾਦ। ਰੱਬ ਰਾਖਾ। ਜਿਉਂਦੇ ਵਸਦੇ ਰਹੋ।